ਅਗਲੀ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ। ਪੰਜਾਬੀ ਮਾਂ ਬੋਲੀ ਦੇ ਬਾਰੇ ਜਿਹੜੇ ਸੁਹਿਰਦਤਾ ਦੇ ਨਾਲ ਲੋਕ ਜਿਹੜੇ ਕੰਮ ਕਰ ਰਹੇ ਨੇ, ਸੰਜੀਦਗੀ ਦੇ ਨਾਲ, ਉਹ ਕਈ ਤਰ੍ਹਾਂ ਦੀਆਂ ਖਦਸ਼ੇ ਜ਼ਾਹਰ ਕਰਦੇ ਨੇ ਇਸ ਮਾਂ ਬੋਲੀ ਨੂੰ, ਜਿਹੜੇ ਖਤਰੇ ਦਰਪੇਸ਼ ਨੇ, ਜਿਹੜੀਆਂ ਚੁਣੌਤੀਆਂ ਨੇ। ਪੰਜਾਬ ਦਾ ਇਮਤਿਹਾਨ ਹੋਵੇ 12ਵੀਂ ਜਮਾਤ ਦਾ, ਤੇ ਪੰਜਾਬੀ ਵਿਸ਼ੇ 'ਚ ਵੀ 5000 ਜੇ ਵਿਦਿਆਰਥੀ ਫੇਲ ਹੋ ਜਾਊਗਾ, ਤੇ ਫਿਰ ਅਸੀਂ ਆਪਣੇ ਆਪ ਨੂੰ ਸਵਾਲ ਤਾਂ ਕਰਾਂਗੇ ਨਾ ਵੀ ਅਸੀਂ ਅਗਲੀ ਪੀੜ੍ਹੀ ਨੂੰ ਸਿਖਾ ਕਿਉਂ ਨਹੀਂ ਰਹੇ ਪੰਜਾਬੀ ਮਾਂ ਬੋਲੀ। ਪ੍ਰਵੀਨ ਜੀ, 12ਵੀਂ ਜਮਾਤ ਦੇ ਨਤੀਜੇ ਆਏ, ਬੜੇ ਸ਼ਾਨਾਮੱਤੀ ਰਹੇ। ਜੀ। ਜਵਾਕਾਂ ਦੇ ਪੂਰੇ ਨੰਬਰ ਵੀ ਨੇ, ਮੈਰਿਟ 'ਚ ਵੀ ਨੇ ਨਿਆਣੇ ਬਹੁਤ, ਹੈ ਨਾ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਦੋਂ ਰਿਪੋਰਟ ਮੇਰੇ ਸਾਹਮਣੇ ਆਈ ਕਿ ਪੰਜਾਬੀ ਵਿਸ਼ੇ 'ਚੋਂ ਹੀ 5000 ਨਿਆਣਾ ਫੇਲ ਆ, ਬੜੀ ਭੀੜ ਹੋਈ। ਬੇਸ਼ੱਕ ਅੰਗਰੇਜ਼ੀ 'ਚੋਂ 10,000 ਦੇ ਕਰੀਬ ਫੇਲ ਹੈ, ਪਰ ਅਸੀਂ ਉੱਥੇ ਕਹਿ ਸਕਦੇ ਹਾਂ ਠੋਕ ਕੇ ਵੀ ਸਾਡਾ ਵਿਸ਼ਾ ਨਹੀਂ, ਅਸੀਂ ਤਾਂ ਵੀ ਪੜ੍ਹ ਰਹੇ ਹਾਂ, ਤੇ ਜੇ ਲੱਖਾਂ ਪਾਸ ਹੋ ਗਏ ਕੋਈ ਗੱਲ ਨਹੀਂ, ਜੇ 10,000 ਫੇਲ ਹੋ ਗਿਆ, ਪਰ ਇੱਥੇ ਜੇ ਇੱਕ ਵੀ ਨਿਆਣਾ ਫੇਲ ਆ ਪੰਜਾਬੀ ਵਿਸ਼ੇ 'ਚ, ਫਿਰ ਸਵਾਲ। ਜਿਹੜੀ ਤੁਹਾਡੀ ਮਾਂ ਬੋਲੀ ਆ, ਜਿਹੜੀ ਤੁਸੀਂ ਮਾਂ ਦੇ ਢਿੱਡ 'ਚੋਂ ਸਿੱਖ ਕੇ ਆ ਰਹੇ ਹੋ, ਜਿਹੜੀ ਤੁਹਾਨੂੰ ਜ਼ਿੰਦਗੀ 'ਚ ਜੀਵਨ 'ਚ ਰੁੜਦੇ ਆ, ਤੁਰਦੇ ਆ, ਉਂਗਲ ਫੜ ਕੇ ਚੱਲਦੇ ਆ, ਉੱਥੋਂ ਹੀ ਤੁਹਾਡੇ ਨਾਲ ਤੁਰ ਪਈ, ਹੈ ਨਾ। ਤੇ ਉਹ ਤੁਹਾਡਾ ਹੀ ਮੁੱਖ ਤੌਰ ਦੇ ਉੱਤੇ ਤੁਹਾਡੀ ਜ਼ਿੰਦਗੀ ਦੀ ਜੀਵਨ ਜਾਂਚ ਹੋਵੇ, ਤੇ ਉਸ ਬੋਲੀ 'ਚੋਂ ਜਵਾਕ ਫੇਲ ਹੋ ਜਾਵੇ, ਪਹਿਲੀ, ਦੂਜੀ, ਤੀਜੀ, ਚੌਥੀ, 5ਵੀਂ ਤੱਕ ਹੁੰਦਾ ਹੋਵੇ ਤਾਂ ਸਮਝ ਵੀ ਆਵੇ ਕਿ ਜੇ ਉਹ ਕੱਚਾ ਜੀ ਪੱਕ ਰਿਹਾ। 12ਵੀਂ ਜਮਾਤ ਤੱਕ ਜਾ ਕੇ ਜੇ ਤੁਸੀਂ ਪੰਜਾਬੀ ਵਿਸ਼ੇ 'ਚ ਨਹੀਂ ਪਾਸ ਹੋ ਪਾ ਰਹੇ, ਫਿਰ ਇਹਦਾ ਮਤਲਬ ਤੁਹਾਡਾ ਮਾਂ ਬੋਲੀ ਨਾਲ ਰਿਸ਼ਤਾ ਕਿੰਨਾ ਕੁ ਹੈ। ਜੀ ਜੀ, ਬਿਲਕੁਲ ਪ੍ਰਵੀਨ ਜੀ, ਇਹ ਦਰੁਸਤ ਹੈ ਕਿ 12ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਦੇ ਵਿੱਚ ਆਏ ਨਤੀਜਿਆਂ 'ਚ 5000 ਦੇ ਕਰੀਬ ਜਵਾਕ ਪੰਜਾਬੀ ਵਿਸ਼ੇ 'ਚੋਂ ਫੇਲ ਨੇ। ਜਿਹੜਾ ਮਤਲਬ ਕਿ 12ਵੀਂ ਦਾ ਪੰਜਾਬੀ ਦਾ ਜਿਹੜਾ ਜਰਨਲ ਪੰਜਾਬੀ ਹੈ, ਜਿਹੜਾ ਉਹਦਾ ਇਮਤਿਹਾਨ ਹੁੰਦਾ, ਉਹਦਾ ਪੇਪਰ ਹੁੰਦਾ, ਜਰਨਲ ਪੰਜਾਬੀ ਵਿਸ਼ੇ 'ਚ 2913 ਵਿਦਿਆਰਥੀ ਫੇਲ ਨੇ, ਲਗਭਗ 3000, 2913 ਨਿਆਣੇ ਜਰਨਲ ਪੰਜਾਬੀ 'ਚੋਂ ਫੇਲ ਨੇ। ਇਸੇ ਤਰ੍ਹਾਂ ਜਿਹੜਾ ਚੋਣਵਾਂ ਪੰਜਾਬੀ ਵਿਸ਼ਾ ਰੱਖਿਆ ਹੁੰਦਾ ਜਿਨ੍ਹਾਂ ਨੇ, ਚੋਣਵਾਂ ਪੰਜਾਬੀ ਵਿਸ਼ੇ 'ਚ ਵੀ 2077 ਵਿਦਿਆਰਥੀ ਫੇਲ ਨੇ। ਇੰਜ 4990, ਮਤਲਬ 10 ਘੱਟ 5000 ਨਿਆਣੇ ਮਾਂ ਬੋਲੀ ਪੰਜਾਬੀ 'ਚੋਂ ਫੇਲ ਨੇ 12ਵੀਂ ਜਮਾਤ ਦੇ। ਪਰ ਮੈਂ ਇਹਦੇ ਲਈ ਜਵਾਕਾਂ ਨੂੰ ਜ਼ਿੰਮੇਵਾਰ ਨਹੀਂ ਮੰਨਦਾ ਜੀ। ਮੇਰਾ ਮੰਨਣਾ ਹੈ ਕਿ ਇਹਦੇ ਲਈ ਕਿਤੇ ਨਾ ਕਿਤੇ ਸਾਡਾ ਸਿਸਟਮ, ਸਾਡੀ ਨੀਤੀ, ਸਿੱਖਿਆ ਨੀਤੀ ਖਾਸ ਕਰਕੇ, ਸਾਡੇ ਅਧਿਆਪਨ ਖੇਤਰ ਦਾ ਪੜ੍ਹਾਉਣ ਦਾ ਤੌਰ ਤਰੀਕਾ, ਹਾਂਜੀ, ਅਧਿਆਪਨਾਂ ਤੋਂ ਲਏ ਜਾਂਦੇ ਵਾਧੂ ਭਾਰ ਵਾਲੇ ਕੰਮ, ਅਧਿਆਪਕਾਂ ਦੀ ਪੂਰੀ ਗਿਣਤੀ, ਇਹਦੇ ਨਾਲ ਵਿਸ਼ੇ ਨੂੰ ਅਸੀਂ, ਖਾਸ ਕਰ ਭਾਸ਼ਾਈ ਵਿਸ਼ਿਆਂ ਨੂੰ ਅਸੀਂ ਕਿੰਨੀ ਕੁ ਮਹੱਤਤਾ ਦਿੰਦੇ ਹਾਂ, ਉਹਦਾ ਪ੍ਰਗਟਾਵਾ। ਸੋ ਇਹ ਸਾਰੇ ਪਹਿਲੂ ਵੀ ਕਾਰਨ ਨੇ। ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਮੰਥਨ ਕਰਨਾ ਪੈਣਾ ਕਿ ਜਿਹੜਾ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਵੱਧ ਮੂੰਹ ਮਾਰਨ ਲੱਗ ਪਏ, ਆਪਣੀ ਨੂੰ ਭੁਲਾਈ ਜਾਂਦੇ ਹਾਂ, ਆਪਣੀ ਬੋਲਣੋਂ ਕੰਨੀ ਕਤਰਾਉਂਦੇ ਹਾਂ, ਹੈ ਨਾ, ਜਾਂ ਉਸ ਨੂੰ ਮਤਲਬ ਕਮਜ਼ੋਰ, ਗਵਾਰ, ਪੇਂਡੂ ਭਾਸ਼ਾ ਦੇ ਨਾਲ ਉਚਾਰਦੇ ਹਾਂ, ਫਿਰ ਉਹਦੇ ਵਿੱਚੋਂ ਇਹ ਹੀਨ ਭਾਵਨਾ ਚੋਂ ਫਿਰ ਇਹ ਵੀ ਇੱਕ ਪਹਿਲੂ ਹੈਗਾ। ਸੋ ਸਾਰੇ ਪਹਿਲੂ ਸਾਨੂੰ ਬਚਣੇ ਪੈਣੇ। ਸਹੀ ਗੱਲ। ਮਤਲਬ ਮੈਨੂੰ ਇਹ ਵੀ ਯਾਦ ਹੈ ਇੱਕ ਸਮੇਂ ਕਾਂਗਰਸ ਦੀ ਸਰਕਾਰ 'ਚ ਇਹੋ ਜਿਹਾ ਫੈਸਲਾ ਵੀ ਲੈ ਲਿਆ ਸੀ ਕਿ ਡਰਾਇੰਗ ਵਾਲਾ ਮਾਸਟਰ ਸਿੱਖਿਆ ਪੜ੍ਹਾ ਦਿਆ ਕਰੂਗਾ, ਹੈ ਨਾ, ਪੰਜਾਬੀ ਵਾਲਾ ਹਿੰਦੀ ਪੜ੍ਹਾ ਦਿਆ ਕਰੂਗਾ, ਹਿੰਦੀ ਵਾਲਾ ਪੰਜਾਬੀ, ਜਿੱਥੇ ਜਿਹੜਾ ਇੱਕ ਮਾਸਟਰ ਹੈਗਾ ਉਹਦੇ ਨਾਲ ਬਾਕੀ ਭਾਸ਼ਾਵਾਂ ਸਾਰ ਲਓ। ਮਤਲਬ ਕਿ ਡਰਾਇੰਗ ਵਾਲਾ ਸਿੱਖਿਆ, ਭਾਸ਼ਾ ਤਾਂ ਬੰਦਾ ਨਿਪੁੰਨ ਚਾਹੀਦਾ, ਪੰਜਾਬੀ ਵਾਲਾ ਹਿੰਦੀ ਤੇ ਹਿੰਦੀ ਵਾਲਾ ਪੰਜਾਬੀ, ਅੰਗਰੇਜ਼ੀ ਵਾਲਾ ਪੰਜਾਬੀ, ਕਿਵੇਂ ਹੋਊਗਾ। ਸੋ ਪਹਿਲਾਂ ਤਾਂ 3 ਭਾਸ਼ਾਈ ਫਾਰਮੂਲਾ ਜਿਹੜਾ ਬਚਪਨ ਤੋਂ ਥੋਪਿਆ, ਉਹਦੇ ਤੇ ਹੀ ਸਵਾਲ ਹੈ ਜੀ ਜੀ, ਕਿ ਜਦੋਂ ਬਚਪਨ 'ਚ 3 ਭਾਸ਼ਾਵਾਂ ਥੋਪ ਦੇਵੋਗੇ ਤਾਂ ਬੱਚਾ ਉਲਝੂਗਾ ਤੇ ਉਹ ਕਿਸੇ ਵੀ ਭਾਸ਼ਾ 'ਚ ਫਿਰ ਨਿਪੁੰਨ ਨਹੀਂ ਹੋ ਪਾਉਂਦਾ। ਪਰ ਇੱਥੇ 12ਵੀਂ ਜਮਾਤ ਤੱਕ ਆ ਕੇ ਜੇਕਰ ਤੁਸੀਂ ਉਸਨੂੰ ਆਪਣੀ ਮਾਂ ਬੋਲੀ 'ਚ ਨਿਪੁੰਨ ਨਹੀਂ ਕਰ ਪਾਏ, ਫਿਰ ਤੁਹਾਡੀ ਨਾਕਾਮੀ ਹੈ, ਇਸ ਸਿਸਟਮ ਦੀ ਨਾਕਾਮੀ ਹੈ। ਸੋ ਇਸ ਲਈ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ। ਔਰ ਉਹ ਸਰਕਾਰ, ਜਿਹੜੀ ਸਰਕਾਰ ਕਹਿੰਦੀ ਹੋਵੇ ਜੀ ਅਸੀਂ ਤਾਂ ਕੰਮਕਾਰ ਵੀ ਪੰਜਾਬੀ 'ਚ ਕਰਾਂਗੇ, ਅਸੀਂ ਤਾਂ ਇਸ਼ਤਿਹਾਰ, ਫੱਟੇ, ਦੁਕਾਨਾਂ ਦੇ ਨਾਮ, ਸਾਰਾ ਕੁਝ ਪੰਜਾਬੀ 'ਚ ਲਿਖਾਂਗੇ, ਹੈ ਨਾ ਜੀ, ਅਸੀਂ ਤਾਂ ਦੂਜੇ ਪਾਰਟੀ ਦੇ ਲੀਡਰਾਂ ਨੂੰ ਸਿਖਾਵਾਂਗੇ ਕਿ ਲੋਕ ਨਹੀਂ ਹੁੰਦੇ, ਲੋਕ ਹੁੰਦੇ ਨੇ, ਹੈ ਨਾ, ਜਿਹੜੇ ਉਚਾਰਨ ਬੋਲਣਾ ਸਿਖਾਉਂਦੇ ਨੇ, ਹੈ ਨਾ, ਉਹਨਾਂ ਦੇ ਆਪਣੇ ਇਸ਼ਤਿਹਾਰ ਕਹਿੰਦੇ ਨੇ ਕਿ ਸਾਡਾ ਤਾਂ ਕਾਮ ਬੋਲਦਾ। ਹੁਣ ਕਾਮ ਪੰਜਾਬੀ 'ਚ ਕਿਹੜਾ ਸ਼ਬਦ ਆ ਮੈਨੂੰ ਨਹੀਂ ਪਤਾ, ਹੈ ਨਾ, ਯੁੱਧ, ਨਸ਼ਿਆਂ ਵਿਰੁੱਧ ਯੁੱਧ ਪੰਜਾਬੀ ਦਾ ਕਿਹੜਾ ਸ਼ਬਦ ਆ ਮੈਨੂੰ ਨਹੀਂ ਪਤਾ, ਠੀਕ ਹੈ ਨਾ। ਸੋ ਇਸ ਲਈ ਜਿਨ੍ਹਾਂ ਦੇ ਆਪਣੇ ਸ਼ਬਦ ਉਚਾਰਨ ਸ਼ੁੱਧ ਨਹੀਂ ਗਏ ਤੇ ਉਹ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਦੇ ਹਵਾਲੇ ਨਾਲ ਦਮ ਭਰਨ ਕੇ ਅਸੀਂ ਸ਼ੁੱਧ ਕਰਨ ਤੁਰੇ ਹਾਂ, ਜਿਹਦਾ ਮਤਲਬ ਕਿਤੇ ਨਾ ਕਿਤੇ ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ। ਫਿਰ ਇਸ ਸਰਕਾਰ ਦੇ ਭਗਵੰਤ ਮਾਨ ਜੀ ਦਾ ਸਭ ਤੋਂ ਪਸੰਦੀਦਾ
ਪ੍ਰਚਾਰਕ ਜੇ ਸਕੂਲਾਂ 'ਚ ਕੁਝ ਰਿਹਾ ਤਾਂ ਬੇਸ਼ੱਕ ਉਹ ਨਾਮ ਅੰਗਰੇਜ਼ੀ 'ਚ ਆ ਸਕੂਲ ਆਫ ਐਮੀਨੈਂਸ, ਉਹਦਾ ਪੰਜਾਬੀਕਰਨ ਵੀ ਨਹੀਂ ਕਰ ਸਕੇ ਇਹ, ਨਹੀਂ ਕਰ ਉਹਨੂੰ ਸਕੇ ਲਿਖਦੇ ਬਿਲਕੁਲ। ਪੰਜਾਬੀ 'ਚ ਸਕੂਲ ਆਫ ਐਮੀਨੈਂਸ ਨੂੰ। ਹਾਂਜੀ 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 ਹੈ ਤੇ ਪਰ ਉਹ ਸ਼ਬਦ ਅੰਗਰੇਜ਼ੀ ਦਾ। ਇਸੇ ਤਰ੍ਹਾਂ ਕਿੰਨੇ ਹੁਣ ਕਹਿੰਦੇ ਜੀ ਕੰਪਨੀਆਂ ਦੇ ਨਾਂ ਅਸੀਂ ਪੰਜਾਬੀ 'ਚ ਲਿਖਾਤੇ, ਭਰਾਵਾ ਉਹਨੂੰ ਅਨੁਵਾਦ ਕਹਿੰਦੇ ਆ, ਉਹ ਅਨੁਵਾਦ ਵੀ ਨਹੀਂ ਗਾ, ਮਤਲਬ ਉਹ ਕੁਛ ਪੰਜਾਬੀ ਹੋਰ ਹੀ ਆ। ਲਿਪੀ 'ਚ ਲਿਖਿਆ ਉਹਨੂੰ ਸ਼ਬਦ, ਉਹ ਨਾਮ ਤਾਂ ਉਸੇ ਅੰਗਰੇਜ਼ੀ ਦੇ ਹੀ ਨੇ, ਉਹ ਜਿਹੜੇ ਕੰਪਨੀਆਂ ਦੇ ਨਾਮ ਉਹਨਾਂ ਨੇ ਬੋਰਡ ਵੀ ਲਾ ਦੇ। ਸਕੂਲ ਆਫ ਐਮੀਨੈਂਸ ਪੰਜਾਬ 'ਚ 117 ਜਾਂ 118 ਨੇ ਪ੍ਰਵੀਨ ਜੀ। ਜੀ ਜੀ। ਤੇ 12ਵੀਂ ਬੋਰਡ ਦੇ ਨਤੀਜਿਆਂ ਦੇ ਵਿੱਚ 290 ਵਿਦਿਆਰਥੀ ਸਾਡੇ ਮੈਰਿਟ 'ਚ ਆਏ ਨੇ। ਤੇ 117-18 ਸਕੂਲ ਆਫ ਐਮੀਨੈਂਸ ਭਗਵੰਤ ਮਾਨ ਜੀ ਦਾ ਮਤਲਬ ਕਿ ਜਿਹੜਾ ਪਸੰਦੀਦਾ ਸਕੂਲ ਨੇ, ਜਿਹਦੇ ਰਾਹੀਂ ਖੂਬ ਕਰੋੜਾਂ ਦਾ ਪ੍ਰਚਾਰ ਕਰ ਰਹੇ ਨੇ ਇਹ ਵੋਟਾਂ ਇਸ਼ਤਿਹਾਰਾਂ ਰਾਹੀਂ, ਉਹਨਾਂ ਦੇ ਸਿਰਫ 2 ਜਵਾਕ ਮੈਰਿਟ 'ਚ ਆਏ ਨੇ। 290 ਚੋਂ ਸਿਰਫ 2 ਜਵਾਕ ਨੇ ਸਕੂਲ ਆਫ ਐਮੀਨੈਂਸ ਦੇ। ਤੇ ਇੱਥੇ ਵੀ ਝਾਤ ਮਾਰਨ ਦੀ ਲੋੜ ਹੈ। ਸੋ ਧਰਾਤਲ ਤੇ ਕੰਮ ਕਰਨ ਦੀ ਲੋੜ ਹੈ ਜਨਾਬ, ਹੈ ਨਾ। ਮੰਚਾਂ ਤੇ ਚੜ੍ਹ ਕੇ ਬਿਆਨੀਆਂ, ਸਟੇਜਾਂ ਤੇ ਚੜ੍ਹ ਕੇ ਬਿਆਨੀਆਂ ਦੇਣਾ ਬਹੁਤ ਆਸਾਨ।